सतनाम श्री वाहेगुरु साहिब जीओ। परम सन्मानियो गुरु रूप गुरु खालसा साध संगत जी, वाहेगुरु जी का खालसा वाहेगुरु जी की फतेह। प्रभ कै सिमरन रिद्ध सिद्ध नौ निध, प्रभ कै सिमरन ਗਿਆਨ ਧਿਆਨ ਤਤ ਬੁੱਧ। ਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ 9 ਖਜ਼ਾਨੇ ਹਨ। ਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਮ ਬੋਧ, ਦਿਵ ਦ੍ਰਿਸ਼ਟੀ ਅਤੇ ਸਿਆਣਪ ਦਾ ਨਿਚੋੜ ਪ੍ਰਾਪਤ ਕਰ ਲੈਂਦਾ ਹੈ। ਸਾਧ ਸੰਗਤ ਜੀ, ਇਹ ਇੱਕ ਸੱਚੀ ਘਟਨਾ ਹੈ ਜਿਹੜੀ ਅਮਰੀਕਾ ਦੀ ਇੱਕ ਬੀਬੀ ਦੀ ਹੈ, ਜੋ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਅਕਸਰ ਸੁਣਿਆ ਕਰਦੀ ਸੀ। ਕਥਾ ਸੁਣਦੇ ਸੁਣਦੇ ਇੱਕ ਦਿਨ ਮਸਕੀਨ ਸਾਹਿਬ ਨੇ ਨਾਮ ਜਪਣ ਦੀ ਵਿਧੀ ਬਾਰੇ ਦੱਸਿਆ ਅਤੇ ਪਰਮਾਤਮਾ ਦੀ ਪ੍ਰਾਪਤੀ ਬਾਰੇ ਵੀ ਦੱਸਿਆ। ਇਸ ਬੀਬੀ ਨੇ ਕਥਾ ਸੁਣ ਕੇ ਉਹਨਾਂ ਦੇ ਦੱਸੇ ਹੋਏ ਬਚਨਾਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਤੜਕੇ 4 ਵਜੇ ਉੱਠ ਕੇ ਅਤੇ ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਇਹ ਬੀਬੀ ਨਾਮ ਅਭਿਆਸ ਵਿੱਚ ਜੁੜ ਜਾਂਦੀ ਸੀ। ਇਸ ਤਰ੍ਹਾਂ ਨਾਮ ਅਭਿਆਸ ਵਿੱਚ ਜੁੜਦਿਆਂ ਲਗਭਗ 6 ਮਹੀਨੇ ਲੰਘ ਗਏ। ਜਦੋਂ 6 ਮਹੀਨੇ ਲੰਘੇ ਤਾਂ ਇੱਕ ਦਿਨ ਸਵੇਰੇ ਜਿਵੇਂ ਹੀ ਨਾਮ ਅਭਿਆਸ ਵਿੱਚ ਇਹ ਬੀਬੀ ਜੁੜੀ ਤਾਂ ਕੀ ਦੇਖਦੀ ਹੈ ਕਿ ਉਸ ਦਾ ਸਰੀਰ ਹਲਕਾ ਹੋ ਗਿਆ ਹੈ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਕਿਵੇਂ ਜ਼ਮੀਨ ਤੋਂ 6-7 ਫੁੱਟ ਉੱਪਰ ਉੱਠ ਕੇ ਛੱਤ ਦੇ ਨਾਲ ਜਾ ਲੱਗੀ। ਉਸ ਬੀਬੀ ਦਾ ਸਹੁਰਾ ਪਰਿਵਾਰ ਉਸ ਬੀਬੀ ਦੀ ਦੂਜੇ ਕਮਰੇ ਵਿੱਚ ਰੋਜ਼ ਨਿਤਨੇਮ ਤੋਂ ਬਾਅਦ ਇੰਤਜ਼ਾਰ ਕਰਿਆ ਕਰਦਾ ਸੀ। ਉਸ ਦਿਨ ਜਦ ਕਾਫੀ ਸਮੇਂ ਬਾਅਦ ਇਹ ਬੀਬੀ ਬਾਹਰ ਨਾ ਆਈ ਤਾਂ ਉਹ ਭੱਜ ਕੇ ਇਸ ਬੀਬੀ ਦੇ ਕਮਰੇ ਵਿੱਚ ਆਏ ਅਤੇ ਕੀ ਦੇਖਦੇ ਹਨ ਕਿ ਉਹਨਾਂ ਦੀ ਨੂੰਹ ਉੱਪਰ ਛੱਤ ਨਾਲ ਲੱਗੀ ਹੋਈ ਸੀ। ਇਸ ਤਰ੍ਹਾਂ ਦਾ ਨਜ਼ਾਰਾ ਉਹਨਾਂ ਨੇ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ। ਜਦ ਉਹਨਾਂ ਨੇ ਇਸ ਤਰ੍ਹਾਂ ਦੀ ਘਟਨਾ ਆਪਣੇ ਘਰ ਵਿੱਚ ਦੇਖੀ ਤਾਂ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਰੌਲਾ ਸੁਣ ਕੇ ਇਸ ਬੀਬੀ ਦਾ ਧਿਆਨ ਨਾਮ ਅਭਿਆਸ ਤੋਂ ਹਟ ਗਿਆ ਅਤੇ ਉਸ ਨੂੰ ਜਿਉਂ-ਜਿਉਂ ਆਪਣੇ ਸਰੀਰ ਦੀ ਸੋਝੀ ਆਉਂਦੀ ਗਈ ਤਿਉਂ-ਤਿਉਂ ਉਹ ਥੱਲੇ ਵੱਲ ਨੂੰ ਆਉਣ ਲੱਗੀ। ਉਸ ਦੇ ਥੱਲੇ ਆਉਂਦੇ-ਆਉਂਦੇ ਘਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ ਅਤੇ ਉਹਨਾਂ ਨੂੰ ਲੱਗਿਆ ਕਿ ਬੀਬੀ ਨੂੰ ਕੋਈ ਭੂਤ ਜਾਂ ਦੁਸ਼ਟ ਆਤਮਾ ਚੰਬੜ ਗਈ ਹੈ। ਉਹਨਾਂ ਨੇ ਆਪਸ ਵਿੱਚ ਸਲਾਹ ਬਣਾਈ ਕਿ ਕਿਸੇ ਸਿਆਣੇ ਨੂੰ ਬੁਲਾਇਆ ਜਾਏ। ਇਸ ਤਰ੍ਹਾਂ ਸਲਾਹ ਕਰਕੇ ਉਹਨਾਂ ਨੇ ਇੱਕ ਸਿਆਣੇ ਨੂੰ ਬੁਲਾਇਆ, ਜੋ ਕਿ ਇੱਕ ਮੋਰ ਦਾ ਪੰਖ ਲੈ ਕੇ ਇਸ ਬੀਬੀ ਕੋਲ ਆਇਆ ਤੇ ਆਪਣੇ ਪੰਖ ਨਾਲ ਇਸ ਬੀਬੀ ਉੱਤੇ ਫੂਕਾਂ ਮਾਰਨੀਆਂ ਸ਼ੁਰੂ ਕੀਤੀਆਂ। ਕੁਝ ਸਵਾਹ ਵੀ ਆਪਣੇ ਨਾਲ ਲੈ ਕੇ ਆਇਆ ਸੀ, ਜਿਹੜੀ ਕਿ ਉਸਨੇ ਇਸ ਬੀਬੀ ਉੱਤੇ ਛਿੜਕੀ। ਪਰ ਇਸ ਬੀਬੀ ਦੇ ਦੱਸਣ ਮੁਤਾਬਕ ਉਸ ਤੇ ਕੋਈ ਅਸਰ ਨਾ ਹੋਇਆ। ਉਹ ਸਿਆਣਾ ਥੱਕ ਹਾਰ ਕੇ ਵਾਪਸ ਚਲਾ ਗਿਆ ਤੇ ਉਸ ਤੋਂ ਕੁਝ ਨਾ ਬਣਿਆ ਅਤੇ ਨਾ ਹੀ ਮਸਲੇ ਦਾ ਕੋਈ ਹੱਲ ਨਿਕਲਿਆ। ਇਸ ਘਟਨਾ ਤੋਂ ਬਾਅਦ ਇਸ ਬੀਬੀ ਦੇ ਸੱਸ ਸਹੁਰਾ ਬਹੁਤ ਪਰੇਸ਼ਾਨ ਰਹਿਣ ਲੱਗੇ। ਸਮੱਸਿਆ ਦਾ ਹੱਲ ਕੱਢਣ ਵਾਸਤੇ ਉਹਨਾਂ ਨੇ ਬੀਬੀ ਦੇ ਮਾਤਾ ਪਿਤਾ ਜੀ ਨੂੰ ਬੁਲਾ ਲਿਆ ਤਾਂ ਕਿ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ। ਜਦ ਇਸ ਬੀਬੀ ਦੇ ਮਾਪਿਓ ਨੇ ਬੀਬੀ ਨਾਲ ਮੁਲਾਕਾਤ ਕਰਕੇ ਉਸ ਨੂੰ ਬੜੇ ਪਿਆਰ ਨਾਲ ਸਾਰੀ ਗੱਲਬਾਤ ਪੁੱਛੀ ਤਾਂ ਇਸ ਬੀਬੀ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਵਿੱਚੋਂ ਸੁਣ ਕੇ ਨਾਮ ਅਭਿਆਸ ਸ਼ੁਰੂ ਕੀਤਾ ਸੀ, ਜਿਸ ਦੀ ਤਾਕਤ ਨਾਲ ਮੇਰਾ ਸਰੀਰ ਹਲਕਾ ਹੋ ਕੇ ਹਵਾ ਵਿੱਚ ਉੱਡਣ ਲੱਗ ਜਾਂਦਾ ਹੈ। ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਪਹਿਲਾਂ ਤਾਂ ਉਹਨਾਂ ਨੂੰ ਯਕੀਨ ਨਾ ਹੋਇਆ, ਫਿਰ ਵਿਸ਼ਵਾਸ ਕਰਕੇ ਉਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਵਕਤ ਤੱਕ ਮਸਕੀਨ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸੀ। ਫਿਰ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਮਸਕੀਨ ਜੀ ਦੀਆਂ ਸਾਰੀਆਂ ਕਥਾਵਾਂ ਸੁਣਨੀਆਂ ਸ਼ੁਰੂ ਕੀਤੀਆਂ। ਸੁਣਦੇ ਸੁਣਦੇ ਇੱਕ ਕਥਾ ਵਿੱਚੋਂ ਉਹਨਾਂ ਨੂੰ ਇਹ ਮਿਲਿਆ ਕਿ ਨਾਮ ਦੀ ਸ਼ਕਤੀ ਕਾਰਨ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਰਿਧੀਆਂ ਸਿੱਧੀਆਂ ਪਿੱਛੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਅੰਗ 649 ਤੇ ਤੀਸਰੇ ਪਾਤਸ਼ਾਹ ਦੁਆਰਾ ਲਿਖਿਆ ਇੱਕ ਸ਼ਬਦ ਵੀ ਹੈ, ਬ੍ਰਹਮ ਬਿੰਦੈ ਤਿਸਕਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜੋ ਪ੍ਰਭੂ ਨੂੰ ਜਾਣਦਾ ਹੈ
ਅਤੇ ਇੱਕ ਨਾਮ ਨਾਲ ਆਪਣੀ ਬਿਰਤੀ ਜੋੜਦਾ ਹੈ, ਉਸ ਦਾ ਬ੍ਰਾਹਮਣਪੁਣਾ ਕਾਇਮ ਰਹਿੰਦਾ ਹੈ। 9 ਖਜ਼ਾਨੇ ਅਤੇ 18 ਕਰਾਮਾਤੀ ਸ਼ਕਤੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ, ਜੋ ਸੁਆਮੀ ਨੂੰ ਸਰਦੀਪ ਹੀ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ। ਸੋ ਇਸ ਤਰ੍ਹਾਂ ਜਿਹੜੇ ਇਨਸਾਨ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਦੇ ਮਗਰ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ, ਪਰ ਸ਼ਰਤ ਹੈ ਕਿ ਬੰਦਾ ਪਾਕ ਪਵਿੱਤਰ ਹੋਵੇ ਅਤੇ ਸ਼ਰਧਾ ਵਾਲਾ ਹੋਵੇ। ਤਦ ਉਹਨਾਂ ਨੂੰ ਜਾ ਕੇ ਇਸ ਗੱਲ ਤੇ ਯਕੀਨ ਹੋਇਆ ਕਿ ਨਾਮ ਜਪਣ ਨਾਲ ਐਸਾ ਵੀ ਹੋ ਸਕਦਾ ਹੈ। ਫਿਰ ਕੁਝ ਸਮੇਂ ਬਾਅਦ ਇਹ ਬੀਬੀ ਕੀਨੀਆ ਦੀ ਸੈਰ ਕਰਨ ਲਈ ਗਈ, ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀ, ਜੋ ਕਿ ਗੁਰਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਸਨ। ਉਹ ਵੀ ਹਰ ਰੋਜ਼ ਗੁਰਦੁਆਰੇ ਜਾਇਆ ਕਰਦੇ ਸਨ ਅਤੇ ਉੱਥੇ ਹਰ ਰੋਜ਼ ਸ਼ਾਮ ਨੂੰ ਨਾਮ ਅਭਿਆਸ ਦਾ ਸਮਾਗਮ ਅਟੈਂਡ ਕਰਿਆ ਕਰਦੇ ਸਨ। ਇੱਕ ਦਿਨ ਇਸ ਬੀਬੀ ਨੂੰ ਵੀ ਆਪਣੇ ਨਾਲ ਲੈ ਗਏ। ਗੁਰਦੁਆਰੇ ਦੇ ਗ੍ਰੰਥੀ ਨੇ ਕੁਝ ਬੀਬੀਆਂ ਨੂੰ ਸਟੇਜ ਤੇ ਜਾ ਕੇ ਨਾਮ ਜਪਣ ਲਈ ਕਿਹਾ ਅਤੇ ਪਿੱਛੇ ਸਾਰਿਆਂ ਨੂੰ ਨਾਮ ਜਪਣ ਦੀ ਹਦਾਇਤ ਕੀਤੀ, ਜਿਨ੍ਹਾਂ ਵਿੱਚ ਇਹ ਬੀਬੀ ਵੀ ਸ਼ਾਮਲ ਸੀ। ਤਕਰੀਬਨ 30-40 ਮਿੰਟ ਨਾਮ ਜਪਣ ਤੋਂ ਬਾਅਦ ਇਸ ਬੀਬੀ ਦੀ ਆਵਾਜ਼ ਚਲੀ ਗਈ। ਬੀਬੀ ਨੇ ਬਹੁਤ ਉੱਚੀ ਨਾਮ ਅਭਿਆਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਆਵਾਜ਼ ਜਾਂਦੀ ਰਹੀ। ਫਿਰ ਕੁਝ ਸਮੇਂ ਬਾਅਦ ਆਵਾਜ਼ ਆਪਣੇ ਆਪ ਹੀ ਵਾਪਸ ਆ ਗਈ। ਇਸ ਘਟਨਾ ਨੇ ਵੀ ਬੀਬੀ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਹ ਕੀ ਭਾਣਾ ਵਰਤ ਰਿਹਾ ਹੈ। ਇਸ ਤਰ੍ਹਾਂ ਇਸ ਬੀਬੀ ਨਾਲ ਤੀਜੀ ਘਟਨਾ ਹੋਈ, ਜੋ ਕਿ ਪੰਜਾਬ ਵਿੱਚ ਆ ਕੇ ਵਰਤੀ। ਇਸੇ ਤਰ੍ਹਾਂ ਇਹ ਬੀਬੀ ਇੱਕ ਵਾਰ ਅਮਰੀਕਾ ਤੋਂ ਪੰਜਾਬ ਪਰਤੀ। ਇੱਥੇ ਆਉਣ ਤੋਂ ਬਾਅਦ ਇਹ ਬੀਬੀ ਇੱਕ ਦਿਨ ਨਾਮ ਅਭਿਆਸ ਸਮਾਗਮ ਵਿੱਚ ਗਈ, ਜੋ ਕਿ ਹਰ ਸਾਲ ਹੁਸ਼ਿਆਰਪੁਰ ਦੇ ਨੇੜੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਹੁੰਦਾ ਹੈ। ਇਹ ਬੀਬੀ ਨਾਮ ਅਭਿਆਸ ਸਮਾਗਮ ਵਿੱਚ ਬੈਠੀ ਸੀ ਅਤੇ ਪਰਮਾਤਮਾ ਦੇ ਨਾਮ ਨਾਲ ਰੰਗੀ ਹੋਈ ਸੀ। ਸਮਾਗਮ ਦੌਰਾਨ ਇੱਕ ਕੈਮਰੇ ਵਾਲੇ ਨੇ ਇਸ ਬੀਬੀ ਦੇ ਮੁਖ ਤੇ ਜਦੋਂ ਲਾਈਟ ਮਾਰੀ ਤਾਂ ਬੀਬੀ ਦੀਆਂ ਅੱਖਾਂ ਖੁੱਲ੍ਹ ਗਈਆਂ। ਤਾਂ ਕੀ ਵੇਖਦੀ ਹੈ ਕਿ ਇਸ ਬੀਬੀ ਨਾਲ ਇੱਕ ਅਧੇੜ ਉਮਰ ਦੀ ਬੀਬੀ ਨਾਮ ਅਭਿਆਸ ਵਿੱਚ ਜੁੜੀ ਹੋਈ ਸੀ। ਜਦ ਇਸ ਨੇ ਉਸ ਨੂੰ ਧਿਆਨ ਨਾਲ ਵੇਖਿਆ ਤਾਂ ਕੀ ਵੇਖਦੀ ਹੈ ਕਿ ਉਹ ਬੀਬੀ ਵੀ ਜ਼ਮੀਨ ਤੋਂ 2-3 ਫੁੱਟ ਉੱਪਰ ਉੱਡ ਰਹੀ ਸੀ। ਤਦ ਉਸ ਨੂੰ ਵੇਖ ਕੇ ਇਸ ਬੀਬੀ ਨੂੰ ਯਕੀਨ ਹੋ ਗਿਆ ਕਿ ਨਾਮ ਅਭਿਆਸੀ ਨਾਲ ਅਕਸਰ ਇਸ ਤਰ੍ਹਾਂ ਹੋ ਜਾਂਦਾ ਹੈ, ਅਤੇ ਯਕੀਨ ਹੋ ਗਿਆ ਤੇ ਸਾਰਾ ਡਰ ਵੀ ਨਿਕਲ ਗਿਆ। ਹੁਣ ਇਹ ਬੀਬੀ ਪਰਮਾਤਮਾ ਦੇ ਰੰਗ ਮਾਣਦੀ ਹੈ ਅਤੇ ਹੋਰਨਾਂ ਨੂੰ ਵੀ ਉਪਦੇਸ਼ ਦਿੰਦੀ ਹੈ ਕਿ ਨਾਮ ਅਭਿਆਸੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ, ਜੇ ਉਹਨਾਂ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ। ਇਹ ਰਿੱਧੀਆਂ ਸਿੱਧੀਆਂ ਦਾ ਹੀ ਇੱਕ ਰੂਪ ਹੈ। ਗੁਰਸਿੱਖ ਇਹਨਾਂ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਨਹੀਂ ਕਰਦਾ। ਇਹ ਬੀਬੀ ਸਾਰਿਆਂ ਨੂੰ ਉਪਦੇਸ਼ ਕਰਦੀ ਹੈ ਕਿ ਸਾਰੇ ਵੀਰ ਭੈਣ ਅੰਮ੍ਰਿਤ ਛਕ ਕੇ ਸਿੰਘ ਸਜਣ ਤੇ ਤੜਕੇ ਇਸ਼ਨਾਨ ਕਰਕੇ ਨਾਮ ਬਾਣੀ ਨਾਲ ਜੁੜਨ ਤੇ ਅਭਿਆਸ ਕਰਨ, ਤਾਂ ਕਿ ਪਰਮਾਤਮਾ ਵਿੱਚ ਲੀਨ ਹੋ ਸਕੀਏ। ਇੱਕ ਪਰਮਾਤਮਾ ਦਾ ਨਾਮ ਹੀ ਪਰਲੋਕ ਵਿੱਚ ਸਹਾਈ ਹੁੰਦਾ ਹੈ, ਬਾਕੀ ਸਭ ਕੁਝ ਹੀ ਇੱਥੇ ਰਹਿ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।